हाँ जी, अज असीं करांगे स्वै जीवनी। स्वै जीवनी की है, स्वै जीवनी दे लक्षण किहड़े हन। ठीक है, देखो स्वै जीवनी नवीन वार्तक दी एक वनगी है। ਜਦੋਂ ਕੋਈ ਲੇਖਕ ਆਪਣੇ ਵਿਸ਼ੇਸ਼ ਗਿਆਨ ਅਤੇ ਅਨੁਭਵ ਨੂੰ ਦੂਜਿਆਂ ਨਾਲ ਲਿਖਤੀ ਰੂਪ ਵਿੱਚ ਵੰਡੇ ਤਾਂ ਉਦੋਂ ਸਵੈ ਜੀਵਨੀ ਦਾ ਜਨਮ ਹੁੰਦਾ ਹੈ। ਠੀਕ ਹੈ, ਸਵੈ ਜੀਵਨੀ ਦਾ ਨਾ ਕੋਈ ਬਾਹਰਲਾ ਵਿਅਕਤੀ ਨਹੀਂ ਹੁੰਦਾ, ਸਗੋਂ ਲਿਖਾਰੀ ਆਪ ਹੁੰਦਾ ਵਾ ਜਿਹੜਾ ਕਿ ਆਪਣਾ ਆਪ ਪੇਸ਼ ਕਰਦਾ ਵਾ, ਆਪਣੀਆਂ ਜੀਵਨ ਘਟਨਾਵਾਂ ਨੂੰ ਇੱਕ ਕਰਮਵਾਰ ਤਰਤੀਬ ਵਿੱਚ ਪੇਸ਼ ਕਰਦਾ ਵਾ। ਇਹਦੇ ਵਿੱਚ ਲਿਖਾਰੀ ਆਪਣੇ ਨਿੱਜ ਦਾ ਪ੍ਰਗਟਾਵਾ ਕਰਦਾ ਵਾ, ਪਾਠਕ ਨੂੰ ਆਪਣੇ ਨਿੱਜ ਦੇ ਘਰ ਵਿੱਚ ਸੱਦਾ ਦਿੰਦਾ ਕਿ ਆ ਕੇ ਉਹਦੀ ਰਚਨਾ ਪੜ੍ਹੇ। ਸਵੈ ਜੀਵਨੀ ਲਿਖਣਾ ਇੱਕ ਕਠਿਨ ਕਾਰਜ ਆ ਕਿਉਂਕਿ ਇਹਦੇ ਵਿੱਚ ਲੇਖਕ ਨੇ ਆਪਣੀਆਂ ਚੰਗੀਆਂ ਮਾੜੀਆਂ ਗੱਲਾਂ ਲਿਖਣੀਆਂ ਹੁੰਦੀਆਂ ਵਾ। ਕਈ ਲੇਖਕ ਹੁੰਦੇ ਆ ਕਿ ਉਹ ਸਿਰਫ ਆਪਣੀਆਂ ਚੰਗੀਆਂ ਹੀ ਗੱਲਾਂ ਲਿਖਦੇ ਨੇ, ਬਹੁਤ ਘੱਟ ਲੇਖਕ ਆ ਜਿਹੜੀਆਂ ਕਿ ਆਪਣੀਆਂ ਦੋਵੇਂ ਗੱਲਾਂ ਲਿਖਦੇ ਨੇ, ਕੁਝ ਚੰਗੀਆਂ ਕੁਝ ਮਾੜੀਆਂ। ਠੀਕ ਹੈ, ਹਰ ਵਿਅਕਤੀ 'ਚ ਕੁਝ ਗੁਣ ਹੁੰਦੇ ਨੇ, ਕੁਝ ਔਗੁਣ ਹੁੰਦੇ ਨੇ। ਜਿਹੜਾ ਲੇਖਕ ਦੋਨਾਂ ਨੂੰ ਹੀ ਸਹੀ ਤਰ੍ਹਾਂ ਪ੍ਰਗਟ ਕਰੇਗਾ ਉਹਦੀ ਸਵੈ ਜੀਵਨੀ ਵਧੀਆ ਤੇ ਰੋਚਕ ਹੋਵੇਗੀ। ਅਸਲੀ ਸਵੈ ਜੀਵਨੀ ਉਹ ਹੁੰਦੀ ਹੈ ਜਿਹਦੇ ਵਿੱਚ ਲੇਖਕ ਨੇ ਆਪਣੇ ਗੁਣ ਅਗੁਣ ਸਫਲਤਾਵਾਂ ਅਸਫਲਤਾਵਾਂ ਬਿਆਨ ਕੀਤੀਆਂ ਗਈਆਂ ਹੋਣ। ਠੀਕ ਹੈ, ਹਾਂਜੀ, ਸਵੈ ਜੀਵਨੀ ਕੀ ਹੈ? ਜਿਹਦੇ ਵਿੱਚ ਲੇਖਕ ਆਪਣੇ ਬਾਰੇ ਆਪਣੇ ਪੂਰੇ ਜੀਵਨ ਬਾਰੇ ਬਿਉਰਾ ਦਿੰਦਾ ਵਾ, ਉਹ ਕੀ ਹੈ? ਸਵੈ ਜੀਵਨੀ ਆ। ਸਵੈ ਜੀਵਨੀ ਦਾ ਨਾਇਕ ਕੋਈ ਮਹਾਨ ਵਿਅਕਤੀ ਹੋ ਸਕਦਾ ਹੈ। ਸਵੈ ਜੀਵਨੀ ਦਾ ਜਿਹੜਾ ਬਿਆਨ ਆ ਰਸਦਾਇਕ ਹੋਣਾ ਚਾਹੀਦਾ ਵਾ, ਪਾਠਕ ਲਿਖਾਰੀ ਬਾਰੇ ਹੋਰ ਜਾਣਨ ਦੇ ਚਾਹਵਾਨ ਹੋਣਗੇ। ਫਿਰ ਹਾਂਜੀ, ਸਵੈ ਜੀਵਨੀ ਦਾ ਅਰਥ ਦੇਖੋ। ਸਵੈ ਜੀਵਨੀ ਅੰਗਰੇਜ਼ੀ ਦੇ ਸ਼ਬਦ ਆਟੋਬਾਇਓਗ੍ਰਾਫੀ ਦਾ ਸਮਾਨਾਰਥੀ ਸ਼ਬਦ ਆ। ਠੀਕ ਹੈ, ਕਿਹੜਾ ਸ਼ਬਦ ਆ? ਆਟੋਬਾਇਓਗ੍ਰਾਫੀ ਦਾ, ਜਿਸ ਨੂੰ ਪੰਜਾਬੀ ਚ ਕਵਾਂਗੇ ਸਵੈ ਜੀਵਨਕ ਚਿੱਤਰ। ਠੀਕ ਹੈ, ਸਵੈ ਜੀਵਨੀ ਲੇਖਕ ਖੁਦ ਆਪ ਹੁੰਦਾ ਹੈ। ਇਸ ਦਾ ਸੰਬੰਧ ਭੂਤਕਾਲ ਨਾਲ ਹੁੰਦਾ ਹੈ ਜੋ ਲੇਖਕ ਨੇ ਵੇਖਿਆ ਹੰਢਾਇਆ ਹੁੰਦਾ ਹੈ। ਸਵੈ ਜੀਵਨੀ ਬੀਤੇ ਸਮੇਂ ਦੀ ਪੁਨਰ ਉਸਾਰੀ ਕਰਦੀ ਹੈ। ਜਦੋਂ ਲੇਖਕ ਨੇ ਆਪਣੇ ਬਾਰੇ ਲਿਖਣਾ ਵਾ ਉਹ ਬੀਤੇ ਸਮੇਂ ਦੀ ਪੁਨਰ ਉਸਾਰੀ ਕਰਕੇ ਲਿਖਦਾ ਹੈ। ਠੀਕ ਹੈ, ਆ ਡੈਫੀਨੇਸ਼ਨਾਂ ਤੁਸੀਂ ਨੋਟ ਕਰ ਲਿਓ। ਡਿਕਸ਼ਨਰੀ ਆਫ ਵਰਡ ਲਿਟਰੇਰੀ ਟਰਮਸ ਅਨੁਸਾਰ ਸਵੈ ਜੀਵਨੀ ਕੀ ਆ? ਸਵੈ ਜੀਵਨੀ ਆਪਣੇ ਜੀਵਨ ਦੀ ਸੰਗਠਿਤ ਰੂਪ ਵਿੱਚ ਪੇਸ਼ ਕੀਤੀ ਗਈ ਅਜਿਹੀ ਕਹਾਣੀ ਹੈ ਜਿਸ ਵਿੱਚ ਅੰਤਰ ਝਾਤ ਪਾਉਣ ਉੱਪਰ ਬਲ ਦਿੱਤਾ ਗਿਆ ਹੋਵੇ ਜਾਂ ਜੀਵਨ ਦੇ ਮਹੱਤਵ ਨੂੰ ਵਿਸ਼ਾਲ ਪਿਛੋਕੜ ਵਿੱਚ ਰੱਖ ਕੇ ਪ੍ਰਗਟਾਇਆ ਗਿਆ ਹੋਵੇ। ਅਮ੍ਰਿਤਾ ਪ੍ਰੀਤਮ ਅਨੁਸਾਰ ਦੇਖੋ ਸਵੈ ਜੀਵਨੀ ਕੀ ਆ? ਯਥਾਰਥ ਤੋਂ ਯਥਾਰਥ ਤੱਕ ਪਹੁੰਚਣ ਦਾ ਅਮਲ। ਸਵੈ ਜੀਵਨੀ ਦਾ ਪਾਠਕ ਆਪਣਾ ਸਾਰਾ ਧਿਆਨ ਇੱਕ ਥਾਂ ਤੇ ਕੇਂਦਰਿਤ ਕਰਦਾ ਹੈ। ਇਹ ਲੇਖਕ ਦਾ ਆਪਣੇ ਘਰ ਵਿੱਚ ਪਾਠਕ ਨੂੰ ਨਿੱਜੀ ਬੁਲਾਵਾ ਹੈ। ਸਵੈ ਜੀਵਨੀ ਵਿੱਚ ਲੇਖਕ ਨੇ ਆਪਣੇ ਜੀਵਨ ਅਨੁਭਵ ਨੂੰ ਪੇਸ਼ ਕਰਨਾ ਹੁੰਦਾ ਹੈ। ਹਾਂਜੀ, ਲੱਛਣ ਦੇਖਾਂਗੇ। ਸਵੈ ਜੀਵਨੀ ਦੇ ਲੱਛਣ ਕੀ ਆ? ਇਤਿਹਾਸਿਕਤਾ, ਵਿਵੇਕਸ਼ੀਲਤਾ, ਨਿਰਪੱਖਤਾ, ਨੰਗਾ ਸੱਚ, ਸੰਜਮਤਾ, ਲੜੀਬੱਧਤਾ, ਰੋਚਕਤਾ, ਸ਼ੈਲੀ ਤੇ ਸਪਸ਼ਟਤਾ। ਠੀਕ ਹੈ, ਇਹ ਸਵੈ ਜੀਵਨੀ ਦੇ ਲੱਛਣ ਨੇ। ਹੁਣ ਅਸੀਂ ਇੱਕ ਇੱਕ ਕਰਕੇ ਡਿਸਕਸ ਕਰਾਂਗੇ। ਹਾਂਜੀ, ਸਾਡਾ ਫਸਟ ਪੁਆਇੰਟ ਆ ਇਤਿਹਾਸਿਕਤਾ। ਇਤਿਹਾਸਿਕਤਾ ਸਵੈ ਜੀਵਨੀ ਦਾ ਇੱਕ ਮੁੱਖ ਲੱਛਣ ਹੈ। ਸਵੈ ਜੀਵਨੀਕਾਰ ਨੇ ਆਪਣੇ ਜੀਵਨ ਇਤਿਹਾਸ ਨੂੰ ਚਿੱਤਰਨਾ ਹੁੰਦਾ ਹੈ, ਪਰ ਇਸ ਜੀਵਨ ਇਤਿਹਾਸ ਵਿੱਚ ਲੇਖਕ ਦਾ ਸਮਕਾਲੀ ਵੀ ਜਜ਼ਬ ਹੋ ਜਾਂਦਾ ਹੈ। ਨੈਕਸਟ ਪੁਆਇੰਟ ਆ ਵਿਵੇਕਸ਼ੀਲਤਾ। ਵਿਵੇਕਸ਼ੀਲਤਾ ਸਵੈ ਜੀਵਨੀ ਦਾ ਮਹੱਤਵਪੂਰਨ ਲੱਛਣ ਹੈ। ਇਹ ਸੰਭਵ ਨਹੀਂ ਕਿ ਲੇਖਕ ਜੀਵਨ ਦੀਆਂ ਸਾਰੀਆਂ ਘਟਨਾਵਾਂ ਨੂੰ ਸਵੈ ਜੀਵਨੀ ਵਿੱਚ ਪੇਸ਼ ਕਰੇ। ਸਭ ਤੋਂ ਵੱਡੀ ਇਹ ਸਮੱਸਿਆ ਹੈ ਕਿ ਉਹ ਕਿਹੜੀ ਘਟਨਾ ਨੂੰ ਲਿਖੇ ਜਾਂ ਨਾ ਲਿਖੇ। ਆਪਣੀ ਸਵੈ ਜੀਵਨੀ 'ਚ ਕਿਹੜੀਆਂ ਘਟਨਾਵਾਂ ਲਿਖੇ ਤੇ ਕਿਹੜੀਆਂ ਨਾ ਲਿਖੇ। ਸਵੈ ਜੀਵਨੀਕਾਰ ਨੂੰ ਬੇਲੋੜੀਆਂ ਘਟਨਾਵਾਂ ਲਿਖਣ ਦੀ ਲੋੜ ਨਹੀਂ ਹੁੰਦੀ। ਜੇ ਉਹ ਬੇਲੋੜੀਆਂ ਘਟਨਾਵਾਂ ਲਿਖੇਗਾ ਤੇ ਉਹਦੀ ਜਿਹੜੀ ਸਵੈ ਜੀਵਨੀ ਆ ਰਸਹੀਨ ਹੋ ਜਾਵੇਗੀ, ਪਾਠਕ ਉਹਨੂੰ ਨਹੀਂ ਪੜ੍ਹਨਗੇ। ਠੀਕ ਹੈ, ਲੇਖਕ ਨੂੰ ਵਧੀਆ ਸਵੈ ਜੀਵਨੀ ਲਿਖਣ ਲਈ ਘਟਨਾਵਾਂ ਦੀ ਛਾਂਟੀ ਕਰਨੀ ਪੈਂਦੀ ਹੈ ਤੇ ਉਹ ਸਵੈ ਜੀਵਨੀ ਵਿੱਚ ਲਿਖਦਾ ਹੈ ਜੋ ਪਾਠਕ ਲਈ ਪ੍ਰੇਰਨਾਦਾਇਕ ਹੁੰਦੀਆਂ ਹਨ। ਪਾਠਕ ਉਸ ਤੋਂ ਸੇਧ ਲੈਂਦੇ ਹਨ। ਸਵੈ ਜੀਵਨੀਕਾਰ ਵਧੀਆ ਘਟਨਾਵਾਂ ਨੂੰ ਆਪਣੀ ਰਚਨਾ ਵਿੱਚ ਲਿਖਦਾ ਵਾ ਜਿਹਦੇ ਤੋਂ ਪਾਠਕ ਸੇਧ ਲੈਂਦੇ ਨੇ। ਇਸ ਲਈ ਸਵੈ ਜੀਵਨੀਕਾਰ ਨੂੰ ਘਟਨਾਵਾਂ ਦੀ ਛਾਂਟੀ ਕਰਕੇ ਰਚਨਾ ਕਰਨੀ ਚਾਹੀਦੀ ਆ। ਨੈਕਸਟ ਪੁਆਇੰਟ ਆ ਨਿਰਪੱਖਤਾ। ਸਵੈ ਜੀਵਨੀਕਾਰ ਨੂੰ ਨਿਰਪੱਖ ਹੋਣਾ ਚਾਹੀਦਾ ਵਾ। ਉਹ ਆਪਣੀ ਜ਼ਿੰਦਗੀ ਦੇ ਕੋੜੇ ਮਿੱਠੇ ਅਨੁਭਵ ਸਹੀ ਤਰ੍ਹਾਂ ਨਿਰਪੱਖ ਹੋ ਕੇ ਪੇਸ਼ ਕਰਨ ਵਾਲਾ ਹੋਣਾ ਚਾਹੀਦਾ ਵਾ। ਸਵੈ ਜੀਵਨੀਕਾਰ ਨੂੰ ਆਪਣੇ ਦੁੱਖ ਸੁੱਖ, ਸਫਲਤਾਵਾਂ ਅਸਫਲਤਾਵਾਂ, ਮਿੱਠੇ ਕੋੜੇ ਅਨੁਭਵ ਸਾਰੇ ਹੀ ਨਿਰਪੱਖ ਹੋ ਕੇ ਨਿਚੱਜਕ ਹੋ ਕੇ ਬਿਆਨ ਕਰਨੇ ਚਾਹੀਦੇ ਨੇ। ਉਹ ਸਿਰਫ ਆਪਣੇ ਗੁਣਾਂ ਨੂੰ ਹੀ ਬਿਆਨ ਕਰਨ ਵਾਲਾ ਨਾ ਹੋਵੇ। ਠੀਕ ਹੈ, ਆਪਣੇ ਔਗੁਣ ਵੀ ਦੱਸੇ।
ਕਈ ਵਾਰ ਉਹ ਆਪਣੇ ਗੁਣਾਂ ਦਾ ਵਿਸਤ੍ਰਿਤ ਵਰਣਨ ਕਰ ਦਿੰਦਾ ਹੈ, ਮੀਨਸ ਕਿ ਸਾਰੀ ਕਿਤਾਬ ਹੀ ਆਪਣੇ ਗੁਣਾਂ ਨਾਲ ਭਰ ਦਿੰਦਾ ਵਾ, ਜਿਹਦੇ ਕਰਕੇ ਉਹਦੀ ਸਵੈ ਜੀਵਨੀ ਰਸਹੀਨ ਹੋ ਜਾਂਦੀ ਆ। ਪਾਠਕ ਉਹਦੀ ਆਲੋਚਨਾ ਵੀ ਕਰਨ ਲੱਗ ਪੈਂਦੇ ਕਈ ਵਾਰ ਕਿ ਇਹ ਬੰਦੇ ਨੇ ਸਿਰਫ ਆਪਣੇ ਗੁਣ ਹੀ ਪੇਸ਼ ਕੀਤੇ ਨੇ ਆਪਣੀ ਸਵੈ ਜੀਵਨੀ 'ਚ। ਇਹਦੇ ਵਿੱਚ ਤੁਸੀਂ ਇਹੀ ਦੱਸਣਾ ਵਾ, ਨਿਰਪੱਖ ਹੋ ਕੇ ਸਵੈ ਜੀਵਨੀਕਾਰ ਨੂੰ ਆਪਣੀ ਸਵੈ ਜੀਵਨੀ ਦੀ ਰਚਨਾ ਕਰਨੀ ਚਾਹੀਦੀ ਆ। ਨੈਕਸਟ ਪੁਆਇੰਟ ਆ ਨੰਗਾ ਸੱਚ, ਜਿਹੜਾ ਕਿ ਅੰਮ੍ਰਿਤਾ ਪ੍ਰੀਤਮ ਜੀ ਨੇ ਰਸੀਦੀ ਟਿਕਟ ਵਿੱਚ ਪੇਸ਼ ਕੀਤਾ ਵਾ। ਨੰਗਾ ਸੱਚ ਭਾਵ ਵਿਅਕਤੀ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਉਵੇਂ ਪੇਸ਼ ਕਰੇ ਜਿਵੇਂ ਵਾਪਰੀਆਂ ਹਨ, ਮੀਨਸ ਕਿ ਮਸਾਲੇ ਲਾ ਕੇ ਵਧਾ ਚੜਾ ਕੇ ਨਾ ਪੇਸ਼ ਕਰੇ, ਗੱਲ ਨੂੰ ਤੋੜ ਮਰੋੜ ਕੇ ਨਾ ਪੇਸ਼ ਕਰੇ, ਜਿਵੇਂ ਵਾਪਰੀਆਂ ਘਟਨਾਵਾਂ ਉਵੇਂ ਹੀ ਪੇਸ਼ ਕਰੇ, ਅਸਲੀ ਹੀ ਪੇਸ਼ ਕਰੇ। ਕਿਉਂਕਿ ਹਰੇਕ ਦੇ ਜੀਵਨ ਵਿੱਚ ਚੰਗੀਆਂ ਮਾੜੀਆਂ ਗੱਲਾਂ ਹੁੰਦੀਆਂ ਹਨ, ਕਿਉਂਕਿ ਹਰੇਕ ਦੇ ਜੀਵਨ ਵਿੱਚ ਕੋਈ ਨਾ ਕੋਈ ਅਜਿਹੀ ਘਟਨਾ ਵਾਪਰੀ ਹੁੰਦੀ ਹੈ ਜਿਸ ਦਾ ਬਿਆਨ ਕਰਨਾ ਉਸ ਲਈ ਮੁਸ਼ਕਲ ਹੁੰਦਾ ਹੈ, ਪਰ ਸਵੈ ਜੀਵਨੀਕਾਰ ਨੂੰ ਚਾਹੀਦਾ ਹੈ ਕਿ ਉਹ ਵਿਵੇਕੀ ਨਾਲ ਆਪਣੇ ਜੀਵਨ ਦੇ ਸੱਚ ਨੂੰ ਬਿਆਨ ਕਰੇ ਤੇ ਲਿਖੇ। ਠੀਕ ਹੈ। ਸੰਜਮਤਾ। ਨੈਕਸਟ ਪੁਆਇੰਟ ਆ ਸੰਜਮਤਾ। ਸੰਜਮਤਾ ਸਵੈ ਜੀਵਨੀ ਦਾ ਮਹੱਤਵਪੂਰਨ ਤੱਤ ਹੈ। ਉਸ ਵਿੱਚ ਬੇਲੋੜਾ ਵਿਸਥਾਰ ਜਾਂ ਘਟਨਾ ਨਹੀਂ ਹੋਣੀ ਚਾਹੀਦੀ। ਲੇਖਕ ਵਿੱਚ ਅਜਿਹੀ ਕਲਾ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਗੱਲ ਨੂੰ ਥੋੜੇ ਸ਼ਬਦਾਂ ਵਿੱਚ ਕਹਿਣ ਦੇ ਯੋਗ ਹੋਵੇ, ਮੀਨਸ ਕਿ ਜ਼ਿਆਦਾ ਖਲਾਰਾ ਨਾ ਪਾਇਆ ਜਾਵੇ, ਸਿਰਫ ਇਹ ਸੰਜਮਤਾ 'ਚ ਰਹਿ ਕੇ ਥੋੜੇ ਅੱਖਰਾਂ ਵਿੱਚ ਹੀ ਆਪਣੀ ਸਵੈ ਜੀਵਨੀ ਨੂੰ ਬਿਆਨ ਕਰੇ। ਉਹਦੀ ਰਚਨਾ ਇਵੇਂ ਹੋਣੀ ਚਾਹੀਦੀ ਹੈ ਕਿ ਪਾਠਕ ਉੱਤੇ ਪ੍ਰਭਾਵ ਪਵੇ, ਪੜਨ ਵਾਲੇ ਉੱਤੇ ਪ੍ਰਭਾਵ ਪਵੇ ਤੇ ਉਹਨੂੰ ਆਨੰਦ ਪ੍ਰਾਪਤ ਹੋਵੇ। ਸੰਜਮਤਾ ਭਰਪੂਰ ਸਵੈ ਜੀਵਨੀ ਕਲਾ ਪੱਖ ਤੋਂ ਰੋਚਕ ਹੁੰਦੀ ਹੈ। ਇਹ ਮਾਨਸਿਕ ਪੱਧਰ ਦੇ ਅਨੁਕੂਲ ਹੁੰਦੀ ਹੈ, ਇਸ ਕਰਕੇ ਸੰਜਮਤਾ ਦਾ ਤੱਤ ਬਹੁਤ ਲਾਜ਼ਮੀ ਹੈ। ਇਸ ਲਈ ਸਵੈ ਜੀਵਨੀਕਾਰ ਨੂੰ ਜੋ ਘਟਨਾਵਾਂ ਦਾ ਵੇਰਵਾ ਦੇਣਾ ਚਾਹੀਦਾ ਹੈ, ਬੇਲੋੜੀਆਂ ਘਟਨਾਵਾਂ ਦਾ ਨਹੀਂ। ਨੈਕਸਟ ਪੁਆਇੰਟ ਆ ਲੜੀਬੱਧਤਾ। ਸਵੈ ਜੀਵਨੀਕਾਰ ਨੂੰ ਲੜੀਬੱਧਤਾ ਵਿੱਚ ਆਪਣੀਆਂ ਜੀਵਨ ਘਟਨਾਵਾਂ ਨੂੰ ਪੇਸ਼ ਕਰਨਾ ਚਾਹੀਦਾ ਵਾ, ਇੱਕ ਤਰਤੀਬ ਵਿੱਚ ਪੇਸ਼ ਕਰਨਾ ਚਾਹੀਦਾ ਵਾ। ਇਹ ਨਾ ਹੋਵੇ ਕਿ ਜਵਾਨੀ ਪਹਿਲੇ ਬਿਆਨ ਕਰਦੇ ਤੇ ਬਚਪਨ ਐਂਡ ਤੇ ਪੇਸ਼ ਕਰੇ। ਸਭ ਤੋਂ ਪਹਿਲੇ ਉਹ ਆਪਣੇ ਬਚਪਨ ਦੀ ਗੱਲ ਕਰਦਾ ਹੌਲੀ ਹੌਲੀ ਜਵਾਨੀ ਤੇ ਆਵੇ, ਫਿਰ ਗੱਲ ਕਰਦਾ ਉਹ ਆਪਣੇ ਵਰਤਮਾਨ ਤੇ ਆਵੇ। ਘਟਨਾਵਾਂ ਨੂੰ ਲੜੀਵਾਰ ਪੇਸ਼ ਕਰਨਾ ਚਾਹੀਦਾ ਵਾ ਸਵੈ ਜੀਵਨੀ ਵਿੱਚ। ਨੈਕਸਟ ਪੁਆਇੰਟ ਆ ਰੋਚਕਤਾ। ਸਵੈ ਜੀਵਨੀਕਾਰ ਦੀ ਜਿਹੜੀ ਰਚਨਾ ਵਾ, ਜਿਹੜੀ ਉਹ ਰਚ ਰਿਹਾ ਵਾ, ਉਹ ਰੋਚਕਤਾ ਭਰਪੂਰ ਹੋਣੀ ਚਾਹੀਦੀ ਆ। ਪਾਠਕਾਂ ਲਈ ਸਵੈ ਜੀਵਨੀ ਜਿਹੜੀ ਬੋਝਲ ਤੇ ਅਕਾਊ ਨਹੀਂ ਹੋਣੀ ਚਾਹੀਦੀ। ਨੈਕਸਟ ਪੁਆਇੰਟ ਸ਼ੈਲੀ। ਲੇਖਕ ਦਾ ਲਿਖਣ ਢੰਗ ਵਧੀਆ ਹੋਣਾ ਚਾਹੀਦਾ ਵਾ, ਸਰਲਤਾ ਹੋਣੀ ਚਾਹੀਦੀ ਹੈ, ਸਪਸ਼ਟਤਾ ਹੋਣੀ ਚਾਹੀਦੀ ਹੈ, ਗੁੰਝਲਦਾਰ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਠੀਕ ਹੈ। ਸ਼ੈਲੀ ਲੇਖਕ ਦਾ ਲਿਖਣ ਢੰਗ ਹੁੰਦਾ ਹੈ, ਇੱਕ ਸਟਾਈਲ ਹੁੰਦਾ ਹੈ। ਸਪਸ਼ਟਤਾ। ਲੇਖਕ ਦੀ ਰਚਨਾ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਹੈ। ਜਿਹੜੀ ਲੇਖਕ ਨੇ ਰਚਨਾ ਕੀਤੀ ਆ, ਸਵੈ ਜੀਵਨੀ ਰਚੀ ਆ, ਉਹ ਸਾਰਿਆਂ ਦੀ ਸਮਝ ਵਿੱਚ ਹੋਣ ਵਾਲੀ ਹੋਣੀ ਚਾਹੀਦੀ ਆ। ਜੇ ਕਿਸੇ ਨੇ ਗੁੰਝਲਦਾਰ ਭਾਸ਼ਾ ਦੀ ਵਰਤੋਂ ਕੀਤੀ ਹੋਏਗੀ, ਮੁਹਾਵਰੇ ਅਖਾਣ ਔਖੇ ਵਰਤੇ ਹੋਣਗੇ, ਪਾਠਕਾਂ ਨੂੰ ਉਹਦੀ ਸਮਝ ਨਾ ਆਏਗੀ, ਉਹ ਉਹਨੂੰ ਪੜ੍ਹਨਗੇ ਹੀ ਨਾ। ਇਸ ਲਈ ਲੇਖਕ ਦੀ ਰਚਨਾ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਸਾਰੇ ਪਾਠਕ ਉਹਨੂੰ ਪੜ੍ਹ ਸਕਣ। ਸਵੈ ਜੀਵਨੀ ਵਿੱਚ ਰੋਚਕਤਾ ਦੇ ਨਾਲ ਸਪਸ਼ਟਤਾ ਦਾ ਗੁਣ ਵੀ ਹੋਣਾ ਚਾਹੀਦਾ ਹੈ। ਠੀਕ ਹੈ। ਸਵੈ ਜੀਵਨੀ ਪਾਠਕਾਂ ਦੀ ਸਮਝ ਵਿੱਚ ਆਉਣ ਵਾਲੀ ਹੋਣੀ ਚਾਹੀਦੀ ਹੈ। ਹਾਂਜੀ, ਇਹ ਸੀ ਸਾਡੇ ਸਵੈ ਜੀਵਨੀ ਦੇ ਲੱਛਣ। ਲੇਖਕ ਨੂੰ ਚਾਹੀਦਾ ਕਿ ਜਦੋਂ ਆਪਣੀ ਸਵੈ ਜੀਵਨੀ ਦੀ ਰਚਨਾ ਕਰ ਰਿਹਾ ਹੈ ਕਿ ਉਹਦੇ ਵਿੱਚ ਬੇਲੋੜਾ ਵਿਸਥਾਰ ਨਾ ਹੋਵੇ, ਘਟਨਾਵਾਂ ਦੀ ਛਾਂਟੀ ਕਰਕੇ ਹੀ ਪਾਠਕਾਂ ਸਾਹਮਣੇ ਪੇਸ਼ ਕੀਤੀ ਗਈ ਹੋਏ। ਉਹ ਆਪਣੇ ਗੁਣ ਅਗੁਣ, ਸਫਲਤਾਵਾਂ ਅਸਫਲਤਾਵਾਂ, ਮਿੱਠੇ ਕੋੜੇ ਅਨੁਭਵ ਜਿਹੜੇ ਆ ਸਾਰੇ ਪੇਸ਼ ਕਰੇ, ਵਿੱਚ ਨਿਰਪੱਖ ਹੋ ਕੇ ਨਿਝਿਜਕ ਕੇ ਸਾਰੇ ਪੇਸ਼ ਕਰੇ, ਨਿਰਪੱਖ ਹੋ ਕੇ ਪੇਸ਼ ਕਰੇ। ਜੋ ਵੀ ਪੇਸ਼ ਕਰਨਾ ਵਾ ਉਹਦੀ ਰਚਨਾ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਆ। ਠੀਕ ਹੈ। ਆ ਡੈਫੀਨੇਸ਼ਨ ਤੁਸੀਂ ਨੋਟ ਕਰ ਲਿਓ। ਹਾਂਜੀ, ਇਸੇ ਸਾਡਾ ਟੌਪਿਕ ਸਵੈ ਜੀਵਨੀ। ਸਫਰਨਾਮੇ ਦੇ ਲੱਛਣ ਤੇ ਸਫਰਨਾਮੇ ਦਾ ਇਤਿਹਾਸ ਅਸੀਂ ਡਿਸਕਸ ਕਰ ਚੁੱਕੇ ਹਾਂ। ਤੁਸੀਂ ਪਹਿਲੀ ਵੀਡੀਓ ਦੇਖ ਸਕਦੇ ਹੋ।